ਹੁਣ ਸਰਦਾਰ ਚਾਨਣ ਸਿੰਘ ਜੀ ਬਾਬਾ ਬਿਮਲਾ ਸਿੰਘ ਜੀ ਨੂੰ ਇੱਕ ਹੋਰ ਸਵਾਲ ਪੁੱਛਣ ਲੱਗੇ। ਸਰਦਾਰ ਚਾਨਣ ਸਿੰਘ ਨੇ ਆਖਿਆ, ਬਾਬਾ ਜੀ, ਹਾਲਾਂਕਿ ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਜਿਵੇਂ ਤੁਸੀਂ ਹੁਣੇ ਕਹਿ ਰਹੇ ਸੀ ਨਾ ਕਿ ਭਗਤੀ ਰੱਬ ਦੇ ਨੇੜੇ ਹੋਣਾ ਤੇ ਭਗਤੀ ਤੋਂ ਦੂਰ ਰਹਿਣਾ ਰੱਬ ਤੋਂ ਦੂਰ ਰਹਿਣਾ, ਭਲਾ ਇਹ ਗੱਲ ਕਿਵੇਂ ਹੋਈ? ਸੰਤ ਜੀ ਮੁਸਕਰਾ ਕੇ ਆਖਣ ਲੱਗੇ, ਬਹੁਤ ਠੀਕ ਆਖਿਆ ਜੇ। ਸਰਦਾਰ ਚਾਨਣ ਸਿੰਘ ਜੀ, ਤੁਸੀਂ ਪੜ੍ਹੇ ਲਿਖੇ ਹੋ, ਤੁਸਾਂ ਸਾਇੰਸ ਤੇ ਫਿਲਾਸਫੀ ਵੀ ਪੜ੍ਹੀ ਏ। ਮੈਨੂੰ ਦੱਸ ਸਕਦੇ ਹੋ ਕਿ ਦੇਸ਼ ਕਿਸ ਨੂੰ ਕਹਿੰਦੇ ਨੇ? ਸਰਦਾਰ ਚਾਨਣ ਸਿੰਘ ਆਖਣ ਲੱਗੇ, ਹਾਂਜੀ, ਦੇਸ਼ ਭਾਵ ਮੁਲਕ, ਕੰਟਰੀ। ਸੰਤ ਜੀ ਆਖਣ ਲੱਗੇ, ਹਾਂ ਭਾਈ, ਲਫ਼ਜ਼ਾਂ ਦੇ ਅਰਥਾਂ ਵਿੱਚ ਤੇ ਠੀਕ ਹੈ, ਪਰ ਫਿਲਾਸਫੀ ਵਿੱਚ, ਦਾਰਸ਼ਨਿਕ ਵਿਦਿਆ ਵਿੱਚ ਦੇਸ਼ ਉਸ ਨੂੰ ਕਹਿੰਦੇ ਨੇ ਜਿਸ ਨੂੰ ਤੁਸੀਂ ਸਪੇਸ ਆਖਦੇ ਹੋ। ਇਹ ਜਿਹੜਾ ਸਪੇਸ ਹੈ ਨਾ, ਬਹੁਤ ਵੱਡਾ ਹੈ। ਫਿਰ ਦੂਸਰੀ ਚੀਜ਼ ਹੈ ਕਾਲ, ਜਿਸ ਨੂੰ ਤੁਸੀਂ ਟਾਈਮ ਕਹਿੰਦੇ ਹੋ। ਇਹ ਜਿਹੜਾ ਦ੍ਰਿਸ਼ਟਮਾਨ ਜਗਤ ਹੈ ਨਾ, ਇਹ ਸਾਰਾ ਦੇਸ਼ ਅਤੇ ਕਾਲ ਵਿੱਚ ਹੈ। ਤੁਸੀਂ ਇਹ ਗੱਲ ਸਮਝਦੇ ਹੋ? ਚਾਨਣ ਸਿੰਘ ਕਹਿਣ ਲੱਗਾ, ਜੀ ਹਾਂ, ਤੁਹਾਡੀ ਕਿਰਪਾ ਨਾਲ ਹੁਣ ਸਮਝਣਾ। ਅਸੀਂ ਤੇ ਜੋ ਕੁਝ ਵੀ ਸੋਚਦੇ ਹਾਂ ਉਹ ਸਾਰਾ ਕੁਝ ਦੇਸ਼ ਜਾਂ ਕਾਲ ਦੇ ਵਿੱਚ ਹੀ ਹੁੰਦਾ ਹੈ, ਤੇ ਸਾਡਾ ਮਨ ਵੀ ਦੇਸ਼ ਜਾਂ ਕਾਲ ਦੇ ਵਿੱਚ ਹੀ ਸਮਝਦਾ ਤੇ ਸੋਚਦਾ ਹੈ। ਸੰਤ ਜੀ ਕਹਿਣ ਲੱਗੇ, ਹਾਂ, ਹੁਣ ਤੁਸੀਂ ਠੀਕ ਸਮਝ ਰਹੇ ਹੋ। ਹੁਣ ਜੇ ਅਸੀਂ ਕਿਸੇ ਦੇ ਨੇੜੇ ਜਾਣਾ ਹੋਵੇ ਜਾਂ ਦੂਰ ਹੋਣਾ ਹੋਵੇ ਤਾਂ ਦੋ ਗੱਲਾਂ ਵਾਪਰਨਗੀਆਂ। ਦੇਸ਼ ਵਿੱਚ ਉਰੇ ਪਰੇ ਹੋਵਾਂਗੇ ਤੇ ਐਸਾ ਕਰਨ ਵਿੱਚ ਕਾਲ ਖਰਚ ਹੋਵੇਗਾ, ਸਮਾਂ ਲੱਗੇਗਾ। ਕੀ ਇਹ ਗੱਲ ਸਿੱਧ ਹੋ ਗਈ ਕਿ ਸਾਡਾ ਨੇੜੇ ਹੋਣਾ ਜਾਂ ਦੂਰ ਹੋਣਾ ਦੇਸ਼ ਤੇ ਕਾਲ ਵਿੱਚ ਹੁੰਦਾ ਹੈ? ਵੇਖੋ ਨਾ, ਸਾਰਾ ਜਗਤ ਦੇਸ਼ ਜਾਂ ਕਾਲ ਵਿੱਚ ਹੈ। ਸੋ ਇਸ ਵਿੱਚ ਨੇੜੇ ਦੂਰ ਹੋਣਾ ਦੇਸ਼ ਕਾਲ ਵਿੱਚ ਹੀ ਹੁੰਦਾ ਹੈ। ਜਿਵੇਂ ਅੱਗ ਬਲ ਰਹੀ ਹੈ ਤਾਂ ਅਸੀਂ ਲੱਤਾਂ ਨਾਲ ਤੁਰ ਕੇ ਜਾਂ ਕਿਸੇ ਸਵਾਰੀ ਤੇ ਬੈਠ ਕੇ, ਭਾਵ ਦੇਸ਼ ਵਿੱਚ ਤੁਰ ਕੇ ਉਸ ਦੇ ਨੇੜੇ ਜਾਵਾਂਗੇ। ਪਰ ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ, ਕਿਤੇ ਅੱਗ ਵਾਂਗ ਬਲ ਕੇ ਪ੍ਰਗਟ ਨਹੀਂ ਹੋ ਰਿਹਾ। ਇਸੇ ਲਈ ਅਸੀਂ ਲੱਤਾਂ ਨਾਲ ਤੁਰ ਕੇ ਉਹਦੇ ਨੇੜੇ ਨਹੀਂ ਜਾ ਸਕਦੇ। ਉਹ ਤੇ ਰੂਪ ਤੋਂ ਜਾਂ ਦੇਸ਼ ਕਾਲ ਤੋਂ ਰਹਿਤ ਹੈ, ਪਰੇ ਹੈ। ਉਸ ਦੇ ਨੇੜੇ ਜਾਣਾ ਦੇਸ਼ ਵਿੱਚ ਕਿਸੇ ਹਰਕਤ ਦੇ ਕਾਰਨ ਨਹੀਂ ਹੋ ਸਕਦਾ। ਉਹ ਤੇ ਆਤਮ ਵਸਤੂ ਹੈ, ਸਾਡਾ ਆਪਣਾ ਆਪਾ, ਸੂਖਮ ਰੂਪ, ਜੋ ਬਿਨਾਂ ਸਰੀਰ ਦੀ ਕਿਸੇ ਹਰਕਤ ਦੇ ਇੱਕ ਛਿਨ ਵਿੱਚ ਜਿੱਥੇ ਚਾਹੇ ਉੱਥੇ ਚਲਾ ਜਾਂਦਾ ਹੈ। ਉਹ ਵੀ ਸੂਖਮ ਹੈ, ਆਤਮ ਵਸਤੂ ਹੈ। ਸੋ ਸਾਡੇ ਆਪਣੇ ਆਪੇ ਨੂੰ ਸਾਈਂ ਦੇ ਨੇੜੇ ਹੋਣ ਲਈ ਤੁਰਨ ਦੀ ਲੋੜ ਨਹੀਂ। ਉਸਨੇ ਤੇ ਸਿਰਫ ਆਪਣੇ ਸੰਕਲਪ ਵਿੱਚ ਜਿਸ ਸ਼ੈ ਦੇ ਨੇੜੇ ਹੋਣਾ ਹੋ ਜਾਣਾ ਹੈ। ਇਸੇ ਤਰ੍ਹਾਂ ਜਿਸ ਦੇ ਨੇੜੇ ਹੋਣਾ ਹੈ ਉਹ ਦੇਸ਼ ਕਾਲ ਵਿੱਚ ਨਹੀਂ, ਸਗੋਂ ਆਤਮ ਰੂਪ ਹੈ। ਇਸ ਲਈ ਭਾਈ, ਹੁਣ ਸਾਡਾ ਆਪਣਾ ਆਪਾ ਉਸ ਦੇ ਨੇੜੇ ਕਿਵੇਂ ਹੋਵੇ? ਸਾਫ਼ ਗੱਲ ਹੈ ਕਿ ਉਹ ਆਪਣੇ ਸਿਰਫ ਭਾਵ ਮਾਤਰ ਨਾਲ, ਭਾਵ ਸਿਰਫ ਤੇ ਸਿਰਫ ਸੋਚਣ ਨਾਲ, ਖਿਆਲ ਰੱਖਣ ਨਾਲ ਨੇੜੇ ਹੋ ਸਕਦਾ ਹੈ। ਇਸ ਲਈ ਅਸਾਂ ਆਪਣੇ ਅੰਦਰਲੇ ਨੂੰ ਉਸ ਵੱਲ ਕਰ ਦੇਣਾ ਹੈ। ਆਪਣੇ ਆਪੇ ਨੂੰ ਜਿਹੜਾ ਉਸ ਵੱਲ ਲਾਈ ਰੱਖਣਾ ਹੈ ਨਾ, ਇਸੇ ਨੂੰ ਗੁਰਬਾਣੀ ਵਿੱਚ ਨਾਮ ਕਹਿੰਦੇ ਨੇ। ਇਸ ਨੂੰ ਉਸ ਵੱਲ ਲਾਈ ਰੱਖਣ ਦੇ ਕਈ ਤਰੀਕੇ ਨੇ, ਜਿਨ੍ਹਾਂ ਵਿੱਚੋਂ ਇੱਕ ਹੈ ਕੀਰਤਨ ਤੇ ਇੱਕ ਹੈ ਅਰਦਾਸ।
ਜਿਵੇਂ ਆਪਾਂ ਥੋੜੀ ਦੇਰ ਪਹਿਲਾਂ ਵਿਚਾਰ ਰਹੇ ਸਾਂ ਨਾ ਕਿ ਸਾਡੇ ਸਰੀਰ ਵਿੱਚ ਹਰ ਵੇਲੇ ਕੋਈ ਨਾ ਕੋਈ ਮੰਗ ਬਣੀ ਹੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੇ ਮਨ ਵਿੱਚ ਵੀ ਮੰਗ ਬਣੀ ਰਹਿੰਦੀ ਹੈ। ਪਰ ਸਭ ਤੋਂ ਵੱਡੀ ਮੰਗ ਹੈ ਕਿ ਜੀਵਨ ਦਾ ਭੇਤ ਖੁੱਲੇ ਤੇ ਸੁਖ ਮਿਲੇ। ਇਸੇ ਲਈ ਅਰਦਾਸ ਕਰੀਦੀ ਹੈ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋਂ ਰੰਗ ਰਾਤਾ। ਇਹ ਅਰਦਾਸ ਕਰਨੀ ਉਸ ਦੇ ਨੇੜੇ ਹੋਣ ਦਾ ਯਤਨ ਹੈ। ਆਪਣੇ ਆਪੇ ਦੇ ਭਾਵ ਨੂੰ ਉਸ ਪ੍ਰਮਾਤਮਾ ਵੱਲ ਝੁਕਾ ਦੇਣਾ, ਉਸ ਵੱਲ ਰੁਖ ਕਰਨਾ ਹੈ। ਜਦੋਂ ਇਸ ਤਰ੍ਹਾਂ ਕਰਦਿਆਂ ਉਸ ਦੀ ਨੇੜਤਾ ਵਿੱਚ ਜਾਈਦਾ ਤਾਂ ਉਸ ਦਾ ਅਸਰ ਸਾਡੇ ਉੱਤੇ ਪੈਣ ਲੱਗ ਪੈਂਦਾ ਹੈ ਤੇ ਅੰਦਰਲਾ ਟਿਕਾਓ ਵਿੱਚ ਆਉਣ ਲੱਗ ਪੈਂਦਾ ਹੈ। ਉਸ ਦੀ ਹੋਂਦ ਦੀ ਪ੍ਰਤੀਤ ਹੀ ਸਾਡੇ ਵਿੱਚ ਮਹਿਸੂਸ ਹੋਣ ਲੱਗ ਪੈਂਦੀ ਹੈ। ਜਾਂ ਇਸ ਤਰ੍ਹਾਂ ਆਖੋ ਕਿ ਅਰਦਾਸ ਤੋਂ ਬਾਅਦ ਜਦੋਂ ਹੋਰ ਪਾਸਿਆਂ ਵਿੱਚ ਜਾਈਦਾ ਨਾ ਤਾਂ ਅੰਦਰ ਵਾਹਿਗੁਰੂ ਜੀ ਦੀ ਹੋਂਦ ਦਾ ਇੱਕ ਭਾਵ ਕਿ ਵਾਹਿਗੁਰੂ ਮੇਰੇ ਅੰਗ ਸੰਗ ਹੈ, ਇਹ ਪ੍ਰਤੀਤ ਹੋਣ ਲੱਗ ਪੈਂਦਾ ਹੈ। ਭਾਵ ਵਾਹਿਗੁਰੂ ਸਾਨੂੰ ਹਰ ਵੇਲੇ ਯਾਦ ਰਹਿਣ ਲੱਗ ਪੈਂਦਾ ਹੈ। ਸਾਡੀ ਸਿਮਰਤੀ ਯਾਦ ਸ਼ਕਤੀ ਵਿੱਚ ਉਸ ਦਾ ਇਹ ਨਿਵਾਸ ਨਾਮ ਸਿਮਰਨ ਕਹੀਦਾ ਹੈ। ਆਪੇ ਦੇ ਇਸ ਰੰਗ ਵਿੱਚ ਫਿਰ ਰਸ ਆ ਜਾਂਦਾ ਹੈ, ਜਿਸ ਤੋਂ ਸ਼ੁਕਰਾਨੇ ਦੇ ਭਾਵ ਉਪਜਦੇ ਨੇ। ਉਹਨਾਂ ਸ਼ੁਕਰਾਨੇ ਦੇ ਭਾਵਾਂ ਦਾ ਆਪਣਾ ਰਸ ਹੁੰਦਾ ਹੈ। ਇਸ ਤਰ੍ਹਾਂ ਅੰਦਰਲੇ ਆਪੇ ਨੂੰ ਆਪਣੇ ਭਾਵ ਨਾਲ ਉਹ ਵਾਹਿਗੁਰੂ ਦੀ ਨੇੜਤਾ ਹਾਸਲ ਹੁੰਦੀ ਜਾਂਦੀ ਹੈ ਤੇ ਉਸ ਦੇ ਗੁਣਾਂ ਦਾ, ਉਸ ਦੇ ਸਰੂਪ ਦਾ, ਉਸ ਦੇ ਆਨੰਦ ਦਾ ਪ੍ਰਭਾਵ ਪ੍ਰਾਪਤ ਹੁੰਦਾ ਹੈ ਤੇ ਸਾਨੂੰ ਫਿਰ ਜੀਵਨ ਕੀ ਹੈ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ। ਫਿਰ ਜੀਵਨ ਸੁਖੀ ਅਤੇ ਰਸਮਈ ਹੋ ਜਾਂਦਾ ਹੈ ਤੇ ਉਸ ਰਸ ਦਾ ਫਿਰ ਦਾਤਾ ਬਣ ਜਾਈਦਾ ਹੈ। ਫਿਰ ਜੀ ਕਰਦਾ ਹੈ ਕਿ ਜਗਤ ਨੂੰ ਸੁਖੀ ਕਰੀਏ ਤੇ ਫਿਰ ਆਪਣਾ ਜੀਵਨ ਜਗਤ ਦੇ ਹਰ ਤਰ੍ਹਾਂ ਦੇ ਉਪਕਾਰ ਲਈ ਨਿਰਯਤਨ ਸਮਰਪਿਤ ਹੋ ਜਾਂਦਾ ਹੈ। ਸਰਦਾਰ ਚਾਨਣ ਸਿੰਘ ਕਹਿਣ ਲੱਗੇ, ਫਿਰ ਤੁਹਾਡਾ ਇਹ ਮਤਲਬ ਹੈ ਕਿ ਜਿਵੇਂ ਇਸ ਪ੍ਰਤੱਖ ਦਿਸਦੇ ਜਗਤ ਵਿੱਚ ਜੇ ਕਿਸੇ ਪ੍ਰਤੱਖ ਦਿਸਦੀ ਸ਼ੈ ਵਿੱਚ ਜਾਣਾ ਹੋਵੇ ਤਾਂ ਤੁਰ ਕੇ ਜਾਂ ਕਿਸੇ ਸਵਾਰੀ ਤੇ ਚੜ੍ਹ ਕੇ ਜਾਈਦਾ। ਇਸ ਤਰ੍ਹਾਂ ਵਾਹਿਗੁਰੂ ਕੋਲ ਨਹੀਂ ਜਾ ਸਕਦੇ। ਉਹ ਤੇ ਅਰੂਪ ਹੈ, ਸੂਖਮ ਹੈ, ਦੇਸ਼ ਅਤੇ ਕਾਲ ਦੇ ਬੰਧਨ ਵਿੱਚ ਨਹੀਂ, ਪਰ ਹੈਗਾ ਵਜੂਦ ਵਾਲਾ, ਚੇਤਨ ਤੇ ਸੁਖ ਸਰੂਪ ਹੈ। ਉਸ ਦੇ ਨੇੜੇ ਹੋਣਾ ਹੋਵੇ ਤਾਂ ਅੰਦਰਲੇ ਦੇ ਭਾਵ ਨਾਲ ਹੋਈਦਾ ਹੈ। ਸੋ ਅਗਨੀ ਵਾਲਾ ਦ੍ਰਿਸ਼ਟਾਂਤ ਤੇ ਪ੍ਰਤੱਖ ਹੋ ਗਿਆ, ਪਰ ਨੇੜੇ ਜਾਣਾ ਸਾਈਂ ਦੇ ਹੋਰ ਤਰ੍ਹਾਂ ਦਾ ਹੈ ਤੇ ਉਹ ਹੈ ਭਾਵ ਨਾਲ। ਸੋ ਭਾਵ ਨਾਲ ਜਿਹੜਾ ਸਾਈਂ ਵੱਲ ਆਪਣਾ ਰੁਖ ਕਰੀ ਦੇਣਾ, ਉਹ ਨੇੜੇ ਹੁੰਦਾ ਤੇ ਸੁਖ ਲੈਂਦਾ ਹੈ। ਇਸੇ ਲਈ ਇਹ ਜਿਹੜੀ ਅਰਦਾਸ ਹੈ, ਸ਼ੁਕਰ ਹੈ, ਉਸ ਦੇ ਗੁਣ ਗਾਇਨ ਕਰਨਾ ਹੈ ਤੇ ਉਸ ਨੂੰ ਪਿਆਰ ਨਾਲ ਯਾਦ ਕਰਨਾ ਹੈ। ਇਹ ਹੈ ਅੰਦਰਲੇ ਦੇ ਭਾਵ ਨੂੰ ਉਸ ਪਾਸੇ ਵੱਲ ਲਾ ਦੇਣਾ। ਜੀ ਮੈਂ ਠੀਕ ਸਮਝਿਆ ਨਾ? ਸੰਤ ਜੀ ਆਖਣ ਲੱਗੇ, ਹਾਂ ਭਾਈ, ਤੂੰ ਉਂਝ ਵੀ ਸਮਝ ਲੈ ਕਿ ਉੱਥੇ ਤੇ ਅਗਨੀ ਜੜ ਪਦਾਰਥ ਸੀ ਤੇ ਇੱਥੇ ਵਾਹਿਗੁਰੂ ਚੇਤਨ ਹੈ ਤੇ ਅਸੀਂ ਵੀ ਚੇਤਨਤਾ ਵਾਲੇ ਹਾਂ। ਇਸੇ ਗੱਲ ਨੂੰ ਮਨੁੱਖਾਂ ਤੇ ਮਨੁੱਖਾਂ ਵਿੱਚ ਵਰਤਾ ਕੇ ਵੇਖ ਲੈ। ਜਿਵੇਂ ਮਨੁੱਖ ਤੁਰ ਕੇ ਇੱਕ ਮਨੁੱਖ ਦੇ ਨੇੜੇ ਜਾ ਬੈਠਾ, ਦੋਵੇਂ ਓਪਰੇ ਦੋ ਬਿਰਛਾਂ ਵਾਂਗ ਨੇੜੇ ਨੇੜੇ ਖੜੇ ਰਹੇ, ਪਰ ਜਦੋਂ ਦਿਲ ਵਿੱਚ ਕੋਈ ਭਾਵ ਲੈ ਕੇ ਜਾਓ ਨਾ ਤਾਂ ਅਸਲ ਨੇੜੇ ਹੋਈਦਾ ਹੈ। ਦੋਵੇਂ ਫਿਰ ਪਰਸਪਰ ਸੰਬੰਧ ਪ੍ਰਤੀਤ ਕਰਦੇ ਨੇ। ਜੇ ਪਿਆਰ ਦਾ ਭਾਵ ਹੋਵੇ ਤਾਂ ਆਪੋ ਵਿੱਚ ਅਸਰ ਕਰਦਾ ਹੈ ਤੇ ਸੁਖ ਦਿੰਦਾ ਹੈ। ਸਰਦਾਰ ਚੰਨਣ ਸਿੰਘ ਆਖਣ ਲੱਗੇ, ਹਾਂ
बिल्कुल ठीक आख्या ने। संत जी कहन लगे, वेखना फिर श्री गुरु ग्रंथ साहिब जी विच लिखिया है, खाली चले धनी स्यों टिब्बे ज्यों मीहा। ਜਦੋਂ ਮੀਂਹ ਵਸਦਾ ਨਾ ਤਾਂ ਟੋਏ ਭਰੇ ਜਾਂਦੇ ਨੇ ਤੇ ਟਿੱਬੇ ਸਖਣੇ ਰਹਿ ਜਾਂਦੇ ਨੇ। ਸੋ ਜਿਨ੍ਹਾਂ ਦੇ ਮਨ ਸਾਈਂ ਦੇ ਸਦੀਵੀ ਵਸ ਰਹੇ ਪਿਆਰ ਤੇ ਮਿਹਰ ਦੇ ਮੀਂਹ ਅੱਗੇ ਟੋਏ ਬਣ ਗਏ, ਭਾਵ ਨੀਵੇਂ ਹੋ ਗਏ, ਉਹ ਸਦੀਵੀ ਭਰ ਜਾਂਦੇ ਨੇ ਤੇ ਟਿਕ ਜਾਂਦੇ ਨੇ। ਦੇਖੋ ਨਾ, ਮੀਂਹ ਦੀ ਇੱਕ ਜੈਸਾ ਇੱਕ ਰੂਪ ਵਰਸਣ ਵਿੱਚ ਕੋਈ ਫਰਕ ਨਹੀਂ। ਕੀ ਤੁਸੀਂ ਸਮਝਦੇ ਹੋ ਵੀ ਟੋਏ ਬਣਨ ਦਾ ਭਾਵ ਕੀ ਹੈ? ਚਾਨਣ ਸਿੰਘ ਆਖਣ ਲੱਗਾ, ਨਹੀਂ ਜੀ। ਸੰਤ ਜੀ ਕਹਿਣ ਲੱਗੇ, ਭਾਈ ਇਸ ਦਾ ਭਾਵ ਹੈ ਅਧਿਕਾਰੀ ਬਣਨਾ, ਜਾਂ ਆਪਣੇ ਆਪ ਨੂੰ ਇਸ ਯੋਗ ਬਣਾਉਣਾ ਕਿ ਮਿਲੀ ਹੋਈ ਦਾਤ ਨੂੰ ਸਾਂਭ ਸਕੀਏ। ਤੁਸੀਂ ਅੰਗਰੇਜ਼ੀ ਵਿੱਚ ਇਸ ਨੂੰ ਰਿਸੀਪੀਐਂਟ ਆਖਦੇ ਹੋ। ਭਗਤੀ ਭਾਵ ਨਾਲ, ਪਿਆਰ ਦੇ ਅੰਤਰੀ ਵਿਭਾਵ ਨਾਲ ਜੋ ਵਾਹਿਗੁਰੂ ਜੀ ਵੱਲ ਮਨ ਜੋੜੀ ਰੱਖਣਾ ਹੈ, ਇਸੇ ਨੂੰ ਰਿਸੀਪੀਐਂਟ ਆਖਣਾ ਚਾਹੀਦਾ ਹੈ। ਜੇ ਟਿੱਬੇ ਰਿਸੀਪੀਐਂਟ ਬਣ ਕੇ ਲਾਭ ਲੈਣ ਤੋਂ ਵਿਰਵੇ ਨੇ ਤਾਂ ਮੀਂਹ ਨੂੰ ਕਿਉਂ ਉਲਾਂਭਾ ਦਿੰਦੇ ਨੇ, ਬੱਦਲ ਨੂੰ ਕਿਉਂ ਉਹ ਬੁਰਾ ਆਖਦੇ ਨੇ? ਭਾਈ ਬੱਦਲ ਤਾਂ ਸਮੁੰਦਰਾਂ ਤੇ ਵੀ ਵਸਦਾ ਹੈ, ਟਿੱਬਿਆਂ ਤੇ ਵੀ, ਪਰਬਤਾਂ ਤੇ ਵੀ, ਛੱਪੜਾਂ ਤੇ ਵੀ, ਖੇਤਾਂ ਤੇ ਘਰਾਂ ਤੇ ਵੀ। ਜਿਹੜਾ ਜਿਹੜਾ ਉਸ ਦੇ ਬਖਸ਼ੇ ਪਾਣੀ ਨੂੰ ਲੈਣ ਲਈ ਆਪਣੇ ਆਪ ਨੂੰ ਰਿਸੀਪੀਐਂਟ ਬਣਾਉਂਦਾ ਹੈ, ਉਹ ਭਰ ਜਾਂਦਾ ਹੈ। ਫਰਕ ਸਿਰਫ ਇੰਨਾ ਹੈ ਬਈ ਮੀਂਹ ਤੇ ਅੱਗ ਨਿਰਜਿੰਦ ਨੇ। ਦਾਤਾ ਅਸਲੀ ਜਿੰਦ ਵਾਲਾ ਤੇ ਪੂਰਨ ਚੇਤਨਤਾ ਵਾਲਾ ਹੈ। ਉਹ ਵੱਡਾ ਦਾਤਾ ਸਭ ਕਿਸੇ ਨੂੰ ਦਾਤਾਂ ਦਿੰਦਾ ਹੈ। ਜੋ ਰਿਸੀਪੀਐਂਟ ਨੇ ਸੋ ਲਾਭਵੰਦ ਹੁੰਦੇ ਨੇ, ਜੋ ਰਿਸੀਪੀਐਂਟ ਨਹੀਂ ਬਣਦੇ ਸੋ ਲਾਭਵੰਦ ਨਹੀਂ ਹੁੰਦੇ। ਸਰਦਾਰ ਚਾਨਣ ਸਿੰਘ ਆਖਣ ਲੱਗੇ, ਹੁਣ ਸਾਰੀ ਗੱਲ ਦੀ ਸਮਝ ਆਈ। ਸ਼ੁਕਰ ਹੈ ਤੁਹਾਡਾ ਤੇ ਤੁਹਾਡੇ ਦਾਤਾ ਜੀ ਦਾ। ਸੰਤ ਜੀ ਕਹਿਣ ਲੱਗੇ, ਅੱਛਾ ਫਿਰ ਇੱਕ ਗੱਲ ਹੋਰ ਸਮਝ ਲਓ। ਜੋ ਲੋਹਾ ਉਸ ਨਾਲ, ਜਿਸ ਨੂੰ ਤੁਸੀਂ ਮੈਗਨੇਟ ਜਾਂ ਮਿਕਨਾਤੀਸ ਆਖਦੇ ਹੋ, ਜੇ ਲੋਹਾ ਉਸ ਨਾਲ ਛੋਹੇ ਨਾ ਤਾਂ ਉਸ ਵਿੱਚ ਵੀ ਖਿੱਚ ਆ ਜਾਂਦੀ ਹੈ। ਉਹ ਲੋਹਾ ਫਿਰ ਦੂਜੇ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ। ਭਾਵ ਉਹ ਵਾਲਾ ਲੋਹਾ ਵੀ ਮੈਗਨੈਟਿਕ ਪਾਵਰ ਵਾਲਾ ਹੋ ਜਾਂਦਾ ਹੈ। ਪਰ ਜੇ ਲੋਹਾ ਕੱਚਾ ਹੈ, ਜਦੋਂ ਉਸ ਨੂੰ ਮੈਗਨੇਟ ਤੋਂ ਉੱਪਰ ਕਰੋਗੇ ਨਾ, ਫਿਰ ਉਹ ਮੈਗਨੇਟ ਨਹੀਂ ਰਹੇਗਾ। ਪਰ ਜੇ ਉਹ ਲਗਾਤਾਰ ਮੈਗਨੇਟ ਦੇ ਨਾਲ ਰਹਿ ਕੇ ਮੈਗਨੇਟ ਹੋ ਗਿਆ ਹੈ, ਫਿਰ ਤੁਸੀਂ ਉਸ ਨੂੰ ਮੈਗਨੇਟ ਦੇ ਨਾਲ ਲਾ ਦਿਓ ਤਾਂ ਉਸ ਵਿੱਚ ਮੈਗਨੇਟ ਦੀ ਮਿਕਨਾਤੀਸੀ ਤਾਕਤ ਟਿਕ ਜਾਏਗੀ। ਪਰ ਇਹ ਵੀ ਕਰ ਲਓਗੇ ਨਾ ਤਾਂ ਉਸ ਵਿੱਚ ਉਹ ਤਾਕਤ ਸਮਾਈ ਰਹੇਗੀ, ਭਾਵ ਉਹ ਦੂਸਰੇ ਲੋਹੇ ਨੂੰ ਖਿੱਚੇਗੀ। ਇਹ ਤਾਂ ਸਿਰਫ ਇੱਕ ਉਦਾਹਰਣ ਸੀ। ਇਸ ਦਾ ਭਾਵ ਇਹ ਆ ਬਈ ਅਸੀਂ ਜੋ ਆਪਣੇ ਸ੍ਰਿਸ਼ਟੀ ਦੇ ਮੂਲ ਵਾਹਿਗੁਰੂ ਦੇ ਨੇੜੇ ਹੋਣਾ ਹੈ, ਉਸ ਦਾ ਪ੍ਰਭਾਵ ਲੈ ਕੇ ਆਤਮ ਜੀਵਨ ਵਾਲੇ ਹੋ ਜਾਣਾ ਹੈ। ਜੇ ਅਸੀਂ ਆਪਣੇ ਆਪੇ ਨੂੰ ਘਾਲਣਾ ਕਰਕੇ ਕਮਾ ਲਵਾਂਗੇ ਤਾਂ ਸਾਈਂ ਦੀ ਸ਼ਕਤੀ ਦਾ ਪ੍ਰਵੇਸ਼, ਉਸ ਦੇ ਗੁਣਾਂ ਦਾ ਆਵੇਸ਼, ਉਸ ਦੇ ਸਰੂਪ ਦਾ ਨਿਵਾਸ ਸਾਡੇ ਅੰਦਰ ਹੋ ਜਾਏਗਾ। ਤੇ ਜੇ ਅਸੀਂ ਕੱਚੇ ਹਾਂ ਤਾਂ ਜਦ ਤੱਕ ਸਤਸੰਗ ਦੁਆਰਾ ਨਾਲ ਰਹੇ, ਸੁਖ ਵਾਲੇ ਰਹੇ, ਤੇ ਜਦੋਂ ਪਰੇ ਹੋ ਗਏ ਤੇ ਫਿਰ ਸਖਣੇ ਹੋ ਗਏ। ਸਰਦਾਰ ਚਾਨਣ ਸਿੰਘ ਜੀ ਆਖਣ ਲੱਗੇ, ਸੰਤ ਜੀ ਹੁਣ ਮੈਨੂੰ ਸਮਝ ਆਈ ਕਿਉਂ ਮੈਂ ਬਾਰ-ਬਾਰ ਡਿੱਗ ਪੈਣਾ। ਹਾਲਾਂ ਕੱਚਾ ਨਾ, ਕਮਾਈ ਦੀ ਕਸਰ ਹੈ। ਫਿਰ ਕਿਰਪਾ ਕਰੋ ਨਾ, ਮੈਨੂੰ ਆਪਣੇ ਨਾਲ ਰਾਈ ਰੱਖੋ। ਸੰਤ ਜੀ ਕਹਿਣ ਲੱਗੇ, ਭਾਈ ਮੇਰਾ ਇਸ਼ਾਰਾ ਤੁਹਾਡੇ ਵੱਲ ਤੇ ਨਹੀਂ ਸੀ,
मैं तो सिर्फ एक असूल की गल कर रहा सा। दरअसल असी आप रिसीपीएंट नहीं बनते ते दोष देंदे आ, मखौल करते आ वाहिगुरू नूं कि वह साडे ते मेहर नहीं करता। साडी घालना, साडी कमाई, बाणी दा पाठ करना, विचार करना, शुक्र करना, नाम जपना, अपने आपे नूं कमाउणा ते साईं दे नेड़े जाना है। इसे लई तां कि असी रिसीपीएंट बन सकीए। बाकी तुसी अपने जीवन की कमजोरी आप जानो ते मेरे जीवन की कमजोरी मैं जाना। सरदार चानन सिंह जी आखन लगे, जी हुण किते सारी गल समझ आई है। खिमा करियो, अज तुसी ना अंग्रेजी दियां बहुत सारियां गल्लां मैनूं समझाइयां ने, जिस करके मैनूं लगदा भी तुसी साइंस ते फिलासफी भी पढ़ी हुई जे, तुसी किसे कॉलेज विच भी गए हो। संत जी आखन लगे, हाँ भाई, तुसां वांग असीं भी पढ़े सां कदे, पर जगत विच ना बड़ी खुदगर्जी वेखी। इसे करके खुदगर्जी करके सारे दुखी वेखे तां मन ने क्या, सो अस्थान बतावो मीता, जांकै हर हर कीर्तन नीता। सो इस पासे वाल लग पे तां सोझी आई, मन ने क्या, हुण तू सुखी है, हुण जगत नूं सुखी बना। ते जगत उते बोझ सिर्फ अपने भोजन दा ही होवे जां शरीर कज्जन मात्र बस्तर दा, बाकी सिर्फ नाम जपो ते जपाओ। आप करो ते जगत नूं रस्ता दसो कि तुसीं जो खुदगर्जी दा जीवन बसर करदे हो ना, ये माड़ा है। जगत इसे करके बहुत दुखी है। तुसी जगत दे मूल कारण नूं पछाणो, उस नाल एक सुर हो जाओ ते फिर संसार विच प्यार दी वरतों करो। एक पिता एकस के हम बारक, तू मेरा गुरहाई। ये सुमत देण लई, इसे लई असीं साधु आ बणे तां कि सृष्टि उते साडा बोझ ना पवे।